Good morning, students. My name is Amir Verma, and I am a lecturer of Mechanical Department in Satyam Polytechnic College. Today, I will discuss some important question. First question is discuss the effects of common alloying elements on the properties of steel. ਜੋ ਮੈਂ ਜਿੰਨੇ ਵੀ ਤੁਹਾਨੂੰ ਕੁਐਸਚਨ ਸਮਝਾਉਣਾ ਆ ਇਹ ਸਾਰੇ ਜਿੰਨੇ ਵੀ ਕੁਐਸਚਨ ਮੈਂ ਲੈਣਾ ਆ ਸਾਰੇ ਇਹ ਜਿੰਨੇ ਪਿਛਲੇ ਸਾਲਾਂ ਦੇ ਵਿੱਚ ਜੋ ਕੁਐਸਚਨਸ ਆਏ ਬੋਰਡ ਦੇ ਵਿੱਚ ਉਸ ਦੇ ਵਿੱਚੋਂ ਲਏ ਗਏ ਹੁੰਦੇ ਆ ਸੋ ਇੰਪੋਰਟੈਂਟ ਕੁਐਸਚਨਸ ਹੁੰਦੇ ਆ ਤਾਂ ਹੀ ਸਮਝਾਉਣਾ ਆ ਮੈਂ ਇੰਨੇ ਦੋ ਚਾਰ ਕੁਐਸਚਨਸ ਫਸਟ ਕੁਐਸਚਨ ਹੈਗਾ ਡਿਸਕਸ the effects of common alloying elements on the properties of steel. The effect of alloying ਹੁਣ ਇਸ ਫਸਟ ਕੁਐਸਚਨ ਦੇ ਵਿੱਚ ਕਿਹਾ ਹੈ ਕਿ ਆਪਾਂ ਨੂੰ ਸਟੀਲ ਦੀਆਂ ਜੋ ਅਲੋਇੰਗ ਐਲੀਮੈਂਟਸ ਆ ਅਤੇ ਉਹਦੀਆਂ ਪ੍ਰੋਪਰਟੀਜ਼ ਦੱਸਣੀਆਂ ਫਸਟ ਹੈ ਐਲੂਮੀਨੀਅਮ ਇੱਕ ਸਟੀਲ ਦਾ ਇੱਕ ਅਲੋਏ ਹੈ ਠੀਕ ਹੈ ਸਟੀਲ ਦਾ ਇੱਕ ਪਾਰਟ ਹੈ ਫੋਰ ਐਗਜ਼ਾਮਪਲ ਸਟੀਲ ਨੂੰ ਬਣਾਉਣ ਦੇ ਵਿੱਚ ਆਪਾਂ ਐਲੂਮੀਨੀਅਮ ਬੋਰਨ ਕਾਰਬਨ ਕ੍ਰੋਮੀਅਮ ਕੋਬਾਲਟ ਮੈਂਗਨੀਜ਼ ਨਿਕਲ ਫਾਸਫੋਰਸ ਸਲਫਰ ਇਹ ਸਾਰਿਆਂ ਦਾ ਯੂਜ਼ ਕਰਦੇ ਹਾਂ ਸੋ ਸਟੀਲ ਇੱਕ ਅਲੋਏ ਹੈ ਠੀਕ ਹੈ ਸੋ ਉਹ ਸਾਰੀ ਜਿੰਨੇ ਵੀ ਐਲੀਮੈਂਟਸ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਤੇ ਉਹਦੀਆਂ ਪ੍ਰੋਪਰਟੀਜ਼ ਬਾਰੇ ਗੱਲ ਕਰਾਂਗੇ ਫਸਟ ਹੈਗਾ ਐਲੂਮੀਨੀਅਮ ਇਟ ਐਕਟ ਐਜ਼ ਡੀਆਕਸੀਡਾਈਜ਼ਰ ਐਡ ਹੀਟ ਐਂਡ ਆਕਸੀਡੇਸ਼ਨ resist grain growth and form hard nitride ਸੋ ਇਹਦੀਆਂ ਮੇਨ ਪ੍ਰੋਪਰਟੀਜ਼ ਐਲੂਮੀਨੀਅਮ ਦਾ ਕੀ ਆ ਸਭ ਤੋਂ ਪਹਿਲਾਂ ਦਾ ਅਲੋਏ ਕਿਹੜਾ ਆ ਸਟੀਲ ਦਾ ਜੋ ਅਲੋਏ ਉਹ ਹੈਗਾ ਆ ਐਲੂਮੀਨੀਅਮ ਇਹ ਇੱਕ ਡੀਆਕਸੀਡਾਈਜ਼ਰ ਆ ਠੀਕ ਹੈ ਡੀਆਕਸੀਡਾਈਜ਼ਰ ਮੀਨਸ ਕਿ ਕਿਸੇ ਚੀਜ਼ ਨਾਲ ਆਕਸੀਡਾਈਜ਼ ਨਹੀਂ ਹੁੰਦਾ ਹੀਟ ਨਾ ਇਹ ਪਾਣੀ ਨਾਲ ਆਕਸੀਡਾਈਜ਼ ਹੁੰਦਾ ਹੈ ਠੀਕ ਹੈ ਨਾ ਇਹ ਮੋਇਸਚਰ ਨਾਲ ਸੋ ਰਜਿਸਟਰ ਕਰਦਾ ਹੈ ਗ੍ਰੇਨ ਦੀ ਗਰੋਥ ਨੂੰ ਠੀਕ ਹੈ ਐਂਡ ਇੱਕ ਹਾਰਡ ਨਾਈਟਰਾਈਡ ਬਣਾਉਂਦਾ ਹੈ ਠੀਕ ਹੈ ਬੋਰੋਨ ਇਟ increases hardenability of steel and it is used with steel having carbon content of 0.6%. ਸੋ ਬੋਰਨ ਜਿਹੜਾ ਆ ਉਹ ਹਾਰਡਨੇਬਿਲਿਟੀ ਨੂੰ ਇਨਕਰੀਜ਼ ਕਰਦਾ ਹੈ ਸਟੀਲ ਦੀ ਐਂਡ ਨੈਕਸਟ ਹੈ ਕਾਰਬਨ it increases tensile strength and hardness up to 0.8% content. ਸੋ ਇਹ ਟੈਂਸਾਈਲ ਕਾਰਬਨ ਜਿਹੜਾ ਟੈਂਸਾਈਲ ਸਟਰੈਂਥ ਨੂੰ ਇਨਕਰੀਜ਼ ਕਰਦਾ ਅਤੇ ਹਾਰਡਨੈਸ ਨੂੰ 0.8% ਵਧਾ ਦਿੰਦਾ ਹੈ ਕ੍ਰੋਮੀਅਮ ਇਟ ਫੋਰਮ ਹਾਰਡ ਕਾਰਬਾਈਡ ਵਿਚ ਇੰਪਰੂਵ ਵੀਅਰ ਰੈਜ਼ਿਸਟੈਂਸ ਸੋ ਇੱਕ ਹਾਰਡ ਕਾਰਬਾਈਡ ਹੈ ਕ੍ਰੋਮੀਅਮ ਜਿਹੜਾ ਕਿ ਵੀਅਰ ਨੂੰ ਰੈਜ਼ਿਸਟ ਕਰਦਾ ਹੈ ਰੋਕਦਾ ਹੈ ਇਟ ਗਿਵ ਡੀਪ ਹਾਰਡਨਿੰਗ ਇਫੈਕਟ ਐਂਡ ਸਲਾਈਟ ਰੈਡ ਹਾਰਡਨੈਸ ਸੋ ਇੱਕ ਡੀਪ ਹਾਰਡਨਿੰਗ ਸੋ ਮਟੀਰੀਅਲ ਦੇ ਅੰਦਰ ਤੱਕ ਜੋ ਹਾਰਡਨੈਸ ਹੁੰਦੀ ਹੈ ਉਸ ਨੂੰ ਪ੍ਰੋਵਾਈਡ ਕਰਦਾ ਹੈ ਅਤੇ ਇੱਕ ਰੈਡ ਕਲਰ ਦੇ ਵਿੱਚ ਹਾਰਡਨੈਸ ਦਿੰਦਾ ਹੈ ਕੋਬਾਲਟ ਇਟ ਗਿਵ ਰੈਡ ਹਾਰਡਨੈਸ ਟੈਂਡ ਟੂ ਡੀਕਾਰਬੋਨਾਈਜ਼ ਸਟੀਲ ਡਿਊਰਿੰਗ ਹੀਟ ਟਰੀਟਮੈਂਟ ਪ੍ਰੋਸੈਸ ਸੋ ਕਾਰਬਨ ਇੱਕ ਰੈਡ ਹਾਰਡਨੈਸ ਪ੍ਰੋਵਾਈਡ ਕਰਦਾ ਹੈ ਐਂਡ ਸਟੀਲ ਨੂੰ ਡੀਕਾਰਬੋਨਾਈਜ਼ ਕਰਦਾ ਆ ਡਿਊਰਿੰਗ ਹੀਟ ਟਰੀਟਮੈਂਟ ਪ੍ਰੋਸੈਸ ਦੇ ਵਿੱਚ ਠੀਕ ਹੈ ਨੈਕਸਟ ਹੈ ਮੈਗਨੀਸ਼ ਇਟ ਇਨਕਰੀਜ਼ਸ ਸਪੀਡ ਐਂਡ ਡੈਪਥ ਆਫ ਹਾਰਡਨਿੰਗ ਸੋ ਇਹ ਹਾਰਡਨਿੰਗ ਦੀ ਡੈਪਥ ਐਂਡ ਮਟੀਰੀਅਲ ਦੇ ਅੰਦਰ ਜੋ ਹਾਰਡਨਿੰਗ ਦੇ ਅੰਦਰ ਜਾਣ ਵਾਲੀ ਜਿੰਨੀ ਵੀ ਤਰ੍ਹਾਂ ਫੁੱਲ ਡੈਪਥ ਤੱਕ ਕੀ ਕਰਦਾ ਹਾਰਡਨੈਸ ਨੂੰ ਇਨਕਰੀਜ਼ ਕਰਦਾ ਨਿਕਲ ਇਟ ਇਨਕਰੀਜ਼ ਹਾਰਡਨੈਸ strength ductility and resistance to oxidation ਸੋ ਨਿਕਲ ਵੀ ਹਾਰਡਨੈਸ ਨੂੰ ਇੰਕਰੀਜ਼ ਕਰਦਾ ਸਟਰੈਂਥ ਨੂੰ ਇੰਕਰੀਜ਼ ਕਰਦਾ ਡਕਟੀਲਿਟੀ ਨੂੰ ਇੰਕਰੀਜ਼ ਕਰਦਾ ਐਂਡ ਆਕਸੀਡੇਸ਼ਨ ਨੂੰ ਰਜਿਸਟ ਕਰਦਾ ਰੋਕਦਾ ਹੈ ਫੋਸਫੋਰਸ ਇਟ ਇੰਕਰੀਜ਼ ਸਟਰੈਂਥ ਹਾਰਡਨੈਸ ਐਂਡ ਰੈਜ਼ਿਸਟੈਂਸ ਟੂ ਕਰੋਜ਼ਨ ਠੀਕ ਹੈ ਸੇਮ ਹੀ ਚੀਜ਼ਾਂ ਸਾਰਿਆਂ ਦੀਆਂ ਇਟ ਫੋਰਮ ਸੌਫਟ ਐਂਡ ਵੀਕ ਸਲਫਾਈਡ ਵਿਚ ਵੀਕਨ ਦੀ ਸਟੀਲ ਐਂਡ ਪ੍ਰਮੋਟ ਹੌਟ ਸ਼ਾਰਟਨੈਸ ਸੋ ਸਲਫਰ ਇੱਕ ਸੌਫਟ ਮਟੀਰੀਅਲ ਆ ਠੀਕ ਹੈ ਸੋ ਇਸ ਸਟੀਲ ਨੂੰ ਵੀਕ ਕਰਦਾ ਆ ਐਂਡ ਸ਼ਾਰਟ ਹਾਰਡਨੈਸ ਕਰਦਾ ਆ ਠੀਕ ਹੈ ਇਸ ਦੀਆਂ ਨੈਕਸਟ ਕੁਐਸਚਨ ਹੈ
ਰਾਈਟ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਓਪਨ ਹਾਰਟ ਪ੍ਰੋਸੈਸ। ਓਪਨ ਹਾਰਟ ਪ੍ਰੋਸੈਸ ਦੀਆਂ ਆਪਾਂ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਦੇਖਾਂਗੇ। ਓਪਨ ਹਾਰਟ ਪ੍ਰੋਸੈਸ ਇੱਕ ਫਰਨੈਸ ਹੈ ਜਿਸ ਦੇ ਵਿੱਚ ਆਪਾਂ ਮਟੀਰੀਅਲ ਹੀਟ ਕਰਕੇ ਉਸ ਤੋਂ ਅੱਗੇ ਉਸ ਨੂੰ ਮੋਲਟਨ ਮੈਟਲ ਦੇ ਵਿੱਚ ਕਨਵਰਟ ਕਰਦੇ ਹਾਂ। ਸੋ ਉਸ ਦੀਆਂ ਐਡਵਾਂਟੇਜ ਕੀ ਹੈ? ਸਭ ਤੋਂ ਪਹਿਲਾਂ ਸਕ੍ਰੈਪ ਆਇਰਨ ਐਂਡ ਹੈਮਾਟਾਈਟ ਆਰ ਡਾਇਰੈਕਟਲੀ ਕਨਵਰਟਿਡ ਇਨਟੂ ਸਟੀਲ। ਸੋ ਜਿੰਨੇ ਵੀ ਤਰ੍ਹਾਂ ਦੀ ਸਕ੍ਰੈਪ ਹੁੰਦੀ ਆ ਅਤੇ ਹੈਮਾਟਾਈਟ ਮੀਨਸ ਕਿ ਇੱਕ ਆਇਰਨ ਓਰ ਆ ਜਿਹੜਾ ਕਿ ਉਹ ਸਿੱਧਾ ਵਿੱਚ ਕਨਵਰਟ ਹੋ ਜਾਂਦਾ ਸਟੀਲ ਦੇ ਵਿੱਚ। ਦੀ ਕੰਪੋਜੀਸ਼ਨ ਆਫ ਸਟੀਲ ਓਬਟੇਨਡ ਬਾਏ ਓਪਨ ਹਾਰਟ ਪ੍ਰੋਸੈਸ ਕੈਨ ਬੀ ਕੰਟਰੋਲ ਐਂਡ ਪ੍ਰੋਡਕਟ ਓਬਟੇਨਡ ਇਸ ਆਫ ਯੂਨੀਫਾਰਮ ਕੰਪੋਜੀਸ਼ਨ। ਜਿੰਨੇ ਵੀ ਤਰ੍ਹਾਂ ਦੇ ਸਟੀਲ ਦੇ ਪ੍ਰੋਡਕਟ ਬਣਦੇ ਆ, ਠੀਕ ਹੈ, ਸਟੀਲ ਬਣਦੀ ਆ ਓਪਨ ਹਾਰਟ ਪ੍ਰੋਸੈਸ ਦੇ ਦੁਆਰਾ। ਉਸ ਦੇ ਵਿੱਚ ਜੋ ਜਿੰਨੇ ਵੀ ਤਰ੍ਹਾਂ ਦੀ ਕੰਪੋਜੀਸ਼ਨ ਹੁੰਦੀ ਆ, ਜਿੰਨੇ ਵੀ ਤਰ੍ਹਾਂ ਦੀ ਕੰਪੋਜੀਸ਼ਨ ਹੁੰਦੀ ਆ ਮੀਨਸ ਕਿ ਸਟੀਲ ਦੇ ਵਿੱਚ ਜੋ ਵੀ ਐਲੀਮੈਂਟਸ ਹੁੰਦੇ ਆ ਉਹ ਸਾਰੇ ਫੋਰਮ ਕੰਪੋਜੀਸ਼ਨ ਦੇ ਵਿੱਚ ਆਉਂਦੇ ਆ, ਠੀਕ ਹੈ, ਕੋਈ ਘੱਟ ਵੱਧ ਨਹੀਂ ਹੁੰਦਾ। ਨੈਕਸਟ ਹੈ, ਦ ਓਪਰੇਸ਼ਨ ਇਜ਼ ਕੰਪੈਰੇਟਿਵਲੀ ਈਜ਼ੀ ਐਂਡ ਦੀ ਟੈਂਪਰੇਚਰ ਕੈਨ ਬੀ ਮੋਰ ਈਜ਼ੀਲੀ ਕੰਟਰੋਲ। ਸੋ ਇਹਦਾ ਜਿਹੜਾ ਓਪਰੇਸ਼ਨ ਹੈ ਈਜ਼ੀ ਹੈ ਐਂਡ ਟੈਂਪਰੇਚਰ ਵੀ ਈਜ਼ੀਲੀ ਕੰਟਰੋਲ ਕੀਤਾ ਜਾ ਸਕਦਾ। ਲਾਰਜ ਕੁਆਂਟੀਟੀ ਆਫ ਪਿਗ ਆਇਰਨ ਕੈਨ ਬੀ ਡੀਲ ਵਿਦ ਵਨ ਓਪਰੇਸ਼ਨ। ਜ਼ਿਆਦਾ ਮਾਤਰਾ ਦੀ ਜਿਹੜੀ ਪਿਗ ਆਇਰਨ ਹੈ ਉਸ ਨੂੰ ਇੱਕੋ ਹੀ ਓਪਰੇਸ਼ਨ ਦੇ ਵਿੱਚ ਓਪਰੇਟ ਕੀਤਾ ਜਾਂਦਾ। ਦਿਸ ਇਜ਼ ਸਮਾਲ ਲੋਸ ਆਫ ਆਇਰਨ ਦਿਸ ਪ੍ਰੋਸੈਸ। ਸੋ ਇਸ ਦੇ ਵਿੱਚ ਜੋ ਆਇਰਨ ਦਾ ਲੋਸ ਹੈ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦਾ। ਦੀ ਸਟੀਲ ਪ੍ਰੋਡਿਊਸ ਮਚ ਔਰ ਬੈਟਰ ਕੁਆਲਿਟੀ। ਜਿੰਨੇ ਵੀ ਤਰ੍ਹਾਂ ਦੀ ਸਟੀਲ ਬਣਦੀ ਹੈ ਉਹ ਸਾਰੀ ਬੈਟਰ ਕੁਆਲਿਟੀ ਦੀ ਹੁੰਦੀ ਹੈ। ਡਿਸਐਡਵਾਂਟੇਜਿਸ ਦੀ ਕੈਪੀਟਲ ਐਡਵਾਂਟੇਜਿਸ ਇਨਵੈਸਟਮੈਂਟ ਇਜ਼ ਹਾਈ। ਇਸ ਦੇ ਵਿੱਚ ਜੋ ਪੈਸਾ ਲਗਾਉਂਦੇ ਆਪਾਂ ਇਸ ਨੂੰ ਓਪਨ ਹਾਰਟ ਪ੍ਰੋਸੈਸ ਜੋ ਫਰਨੈਸ ਹੈ ਬਣਾਉਣ ਦੇ ਵਿੱਚ ਇਹਨੂੰ ਪੈਸਾ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ। ਓਪਨ ਹਾਰਟ ਫਰਨੈਸ ਟੇਕ ਮਚ ਲੋਂਗਰ ਟਾਈਮ ਟੂ ਕੰਪਲੀਟ ਏ ਚਾਰਜ। ਸੋ ਗਰਮ ਹੋਣ ਦੇ ਵਿੱਚ ਹੀਟ ਨੂੰ ਗੇਨ ਕਰਨ ਦੇ ਵਿੱਚ ਜੋ ਇਹ ਫਰਨੈਸ ਹੈ ਬਹੁਤ ਜ਼ਿਆਦਾ ਟਾਈਮ ਲਗਾਉਂਦੀ ਹੈ। ਨੈਕਸਟ ਹੈ ਨੋਰਮਲਾਈਜ਼ਿੰਗ। ਡਿਸਕਸ ਦੀ ਪ੍ਰੋਸੈਸ ਆਫ ਨੋਰਮਲਾਈਜ਼ਿੰਗ। ਨੋਰਮਲਾਈਜ਼ਿੰਗ ਕਿਹੜਾ ਪ੍ਰੋਸੈਸ ਹੈ? ਦੇਖੋ, ਜੋ ਮੈਂ ਪ੍ਰੀਵੀਅਸ ਕੁਐਸਚਨ ਤੁਹਾਨੂੰ ਪਹਿਲਾਂ ਸਮਝਾ ਚੁੱਕਾ ਲੈਕਚਰਸ ਦੇ ਵਿੱਚ, ਉਸ ਦੇ ਵਿੱਚ ਨੋਰਮਲਾਈਜ਼ਿੰਗ ਹੀਲਿੰਗ ਘੁੰਮਦੇ ਹੀ ਰਹਿੰਦੇ ਆ। ਸੋ ਵਾਰ ਉਹੀ ਕੁਐਸਚਨਸ ਰਿਪੀਟ ਹੁੰਦੇ ਆ। ਇੰਪੋਰਟੈਂਟ ਕੁਐਸਚਨਸ ਆ, ਠੀਕ ਹੈ, ਖਾਸ ਕਰਕੇ ਹੀਟ ਟਰੀਟਮੈਂਟ ਪ੍ਰੋਸੈਸ ਕੋਈ ਨਾ ਕੋਈ ਆਉਂਦਾ ਹੀ ਆਉਂਦਾ ਹੈ ਪੇਪਰ ਦੇ ਵਿੱਚ। ਨੋਰਮਲਾਈਜ਼ਿੰਗ ਦੀ ਹੀਟ ਟਰੀਟਮੈਂਟ ਪ੍ਰੋਸੈਸ ਵਿਚ ਇਜ਼ ਪਰਫੋਰਮ ਔਨ ਸਟੀਲ ਮੇਨਲੀ ਫॉर ਦੀ ਰਿਫਾਈਨਮੈਂਟ ਦੇਅਰ ਗ੍ਰੇਨ ਸਟਰਕਚਰ ਆਫਟਰ ਹੌਟ ਕੋਲਡ ਵਰਕਿੰਗ ਇਜ਼ ਕਾਲਡ ਨੋਰਮਲਾਈਜ਼ਿੰਗ। ਸੋ ਉਹ ਹੀਟ ਟਰੀਟਮੈਂਟ ਪ੍ਰੋਸੈਸ ਜਿਹੜਾ ਕਿ ਹੌਟ ਅਤੇ ਕੋਲਡ ਵਰਕਿੰਗ ਜਦੋਂ ਮਟੀਰੀਅਲ ਦੇ ਉੱਪਰ ਹੋ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਪਰਫੋਰਮ ਕਰਦੇ ਹਾਂ, ਦਿੱਤਾ ਜਾਂਦਾ ਉਹ ਹੀਟ ਟਰੀਟਮੈਂਟ ਦਿੱਤਾ ਜਾਂਦਾ ਉਸ ਤੋਂ ਬਾਅਦ, ਤਾਂ ਉਸ ਨੂੰ ਕੀ ਕਹਿੰਦੇ ਆ? ਨੋਰਮਲਾਈਜ਼ਿੰਗ। ਸੋ ਨੋਰਮਲਾਈਜ਼ਿੰਗ ਇੱਕ ਗ੍ਰੇਨ ਸਟਰਕਚਰ ਨੂੰ ਰਿਫਾਈਨ ਕਰਨ ਦੇ ਲਈ, ਸਹੀ ਕਰਨ ਦੇ ਲਈ ਹੁੰਦਾ ਹੈ। ਜਿਹੜਾ ਗ੍ਰੇਨ ਸਟਰਕਚਰ ਹੁੰਦਾ ਉਹ ਇਸ ਦੇ ਵਿੱਚ ਸਹੀ ਹੋ ਜਾਂਦਾ। ਮੀਨਸ ਕਿ ਜਿੰਨੇ ਵੀ ਜੋ ਮਟੀਰੀਅਲ ਡਿਸਲੋਕੇਟ ਹੋ ਜਾਂਦਾ ਜਾਂ ਫਿਰ ਉਸ ਦੇ ਅੰਦਰ ਹੋਰ ਤਰ੍ਹਾਂ ਦੀ ਡਕਟੀਲਿਟੀ ਜਾਂ ਮੈਲੇਬਿਲਿਟੀ ਜਾਂ ਫਿਰ ਬ੍ਰਿਟਲਨੈਸ ਆ ਜਾਂਦੀ ਆ, ਉਹ ਸਾਰੇ ਦੀ ਸਾਰੀ ਕੀ ਆ, ਸਾਰੇ ਦੇ ਸਾਰੇ ਜਿੰਨੇ ਵੀ ਤਰ੍ਹਾਂ ਦੇ ਪ੍ਰੋਪਰਟੀਜ਼ ਹੁੰਦੀਆਂ ਉਹ ਰਿਮੂਵ ਹੋ ਜਾਂਦੀਆਂ। ਸੋ ਇੱਕੋ ਤਰ੍ਹਾਂ ਦਾ ਸੇਮ ਸਾਈਜ਼ ਦਾ ਮਟੀਰੀਅਲ ਰੈਡੀ ਹੋ ਜਾਂਦਾ। ਨੋਰਮਲਾਈਜ਼ਿੰਗ ਇਨਵੋਲਵ ਫੋਲੋਇੰਗ ਸਟੈਪਸ। ਸੋ ਕਿਹੜੇ ਸਟੈਪਸ ਦੇ ਦੁਆਰਾ ਨੋਰਮਲਾਈਜ਼ਿੰਗ ਹੁੰਦਾ ਆ? ਹੀਟਿੰਗ ਅਬਾਊਟ 50 ਡਿਗਰੀ ਸੈਲਸੀਅਸ ਅਬਵ ਦੀ ਕ੍ਰਿਟੀਕਲ ਟੈਂਪਰੇਚਰ। ਸੋ ਇਹ ਮਟੀਰੀਅਲ ਨੂੰ ਹੀਟ ਕੀਤਾ ਜਾਂਦਾ ਅਬਵ ਕ੍ਰਿਟੀਕਲ ਟੈਂਪਰੇਚਰ ਦੇ ਉੱਪਰ, ਠੀਕ ਹੈ। ਹੋਲਡਿੰਗ ਦਿਸ ਐਟ ਦਿਸ ਟੈਂਪਰੇਚਰ ਫੋਰ ਏ ਟਾਈਮ ਡਿਪੈਂਡਿੰਗ ਅਪੋਨ ਦੀ ਸਿਲੈਕਸ਼ਨ ਥਿਕਨੈਸ। ਸੋ ਜਿੰਨੀ ਮੋਟਾਈ ਹੋਵੇਗੀ ਮਟੀਰੀਅਲ ਦੀ ਉਨੀ ਹੀ ਉਸ ਮਟੀਰੀਅਲ ਨੂੰ ਹੀਟਿੰਗ ਦੇ ਵਿੱਚ ਸਟੇ ਕਰਨਾ ਹੋਵੇਗਾ। ਮੀਨਸ ਕਿ ਟੈਂਪਰੇਚਰ ਦੇ ਵਿੱਚ ਹਾਈ ਟੈਂਪਰੇਚਰ ਦੇ ਵਿੱਚ ਰੱਖਣਾ ਹੋਵੇਗਾ। ਕੂਲਿੰਗ ਦੀ ਜੋਬ ਇਨ ਸਟਿਲ ਏਅਰ। ਸੋ ਮਟੀਰੀਅਲ ਨੂੰ ਹਵਾ ਦੇ ਵਿੱਚ ਠੰਡਾ ਕੀਤਾ ਜਾਂਦਾ, ਨਾ ਕਿ ਬਜਾਏ ਆਇਲ ਐਂਡ ਵਾਟਰ ਦੇ ਵਿੱਚ ਡਿਪ ਕਰਦੇ ਹਾਂ। ਸੋ ਨੋਰਮਲਾਈਜ਼ਿੰਗ ਦੇ ਵਿੱਚ ਮਟੀਰੀਅਲ ਨੂੰ ਹੀਟ ਟਰੀਟਮੈਂਟ ਕਰਨ ਤੋਂ ਬਾਅਦ ਹਵਾ ਦੇ ਵਿੱਚ ਠੰਡਾ ਕੀਤਾ ਜਾਂਦਾ। ਦੀ ਰੇਟ ਆਫ ਕੂਲਿੰਗ ਇਜ਼ ਫਾਸਟਰ ਦੈਨ ਅਨਿਲਿੰਗ ਪ੍ਰੋਸੈਸ। ਸੋ ਇਸ ਦੇ ਵਿੱਚ ਜੋ ਰੇਟ ਆਫ ਕੂਲਿੰਗ ਆ ਉਹ ਅਨਿਲਿੰਗ ਪ੍ਰੋਸੈਸ ਤੋਂ ਫਾਸਟਰ ਹੁੰਦਾ ਹੈ। ਨੋਰਮਲਾਈਜ਼ਿੰਗ ਸਟੀਲ ਹਾਰਡਰ ਐਂਡ ਸਟਰੋਂਗਰ ਬਟ ਲੈਸ ਡਕਟਾਈਲ।
ਨੋਰਮਲਾਈਜ਼ ਸਟੀਲ ਹਾਰਡ ਹੁੰਦੀ ਆ, ਸਟਰੋਂਗਰ ਹੁੰਦੀ ਆ, ਮਗਰ ਲੈਸ ਡਕਟਾਈਲ ਘੱਟ ਹੁੰਦੀ ਆ। ਨੈਕਸਟ ਕੁਐਸਚਨ ਹੈ ਇਨਾਮੋਰੇਟ ਦੀ ਫਿਜ਼ੀਕਲ ਐਂਡ ਮਕੈਨੀਕਲ ਪ੍ਰੋਪਰਟੀਜ਼ ਆਫ ਐਲੂਮੀਨੀਅਮ। ਸੋ ਆਪਾਂ ਐਲੂਮੀਨੀਅਮ ਦੀ ਫਿਜ਼ੀਕਲ ਐਂਡ ਮਕੈਨੀਕਲ ਪ੍ਰੋਪਰਟੀਜ਼ ਨੂੰ ਦੱਸਣਾ ਹੈ। ਸਭ ਤੋਂ ਪਹਿਲਾਂ ਦਾ ਫਿਜ਼ੀਕਲ ਪ੍ਰੋਪਰਟੀਜ਼, ਸੌਰੀ ਦੋਨੋਂ ਹੀ ਹੈ, ਫਿਜ਼ੀਕਲ ਐਂਡ ਕੈਮੀਕਲ ਮਕੈਨੀਕਲ ਪ੍ਰੋਪਰਟੀਜ਼ ਇਨਵੋਲਵ ਹੀ ਹੈ ਸਾਰੀਆਂ। ਸੋ ਪਿਓਰ ਐਲੂਮੀਨੀਅਮ ਹੈਜ਼ ਸਿਲਵਰ ਕਲਰ ਐਂਡ ਲਸਟਰ। ਸੋ ਪਿਓਰ ਐਲੂਮੀਨੀਅਮ ਸਿਲਵਰ ਕਲਰ ਦਾ ਹੁੰਦਾ। ਆਪਾਂ ਐਲੂਮੀਨੀਅਮ ਦੇਖਿਆ ਹੀ ਪ੍ਰੈਕਟੀਕਲੀ ਕਿੱਦਾਂ ਦਾ ਹੁੰਦਾ। ਸੋ ਜਿੰਨੇ ਤਰ੍ਹਾਂ ਦੇ ਜੋ ਡੋਰਸ ਲੱਗੇ ਹੁੰਦੇ ਐਲੂਮੀਨੀਅਮਸ ਦੇ, ਵਿੰਡੋਜ਼ ਲੱਗੀਆਂ ਸਾਰੀਆਂ ਐਲੂਮੀਨੀਅਮ ਦੀਆਂ ਹੁੰਦੀਆਂ। ਸਿਲਵਰ ਕਲਰ ਹੁੰਦਾ ਉਸਦਾ, ਲਸਚਰ ਹੁੰਦਾ, ਲਚਕੀਲਾ ਹੁੰਦਾ ਥੋੜ੍ਹਾ। ਦੀ ਹਾਈ ਪਿਓਰਿਟੀ ਐਲੂਮੀਨੀਅਮ ਹੈਜ਼ ਮਚ ਗ੍ਰੇਟਰ ਰੈਜ਼ਿਸਟੈਂਸ ਟੂ ਕਰੋਜ਼ਨ। ਸੋ ਜਿੰਨਾ ਜ਼ਿਆਦਾ ਪਿਓਰ ਐਲੂਮੀਨੀਅਮ ਹੋਊਗਾ ਉਨਾ ਹੀ ਜ਼ਿਆਦਾ ਉਹ ਕਰੋਜ਼ਨ ਨੂੰ ਰਜਿਸਟ ਕਰੇਗਾ, ਜੰਗਾਲ ਨਹੀਂ ਲੱਗਦਾ ਕਦੀ ਵੀ ਉਹ। ਇਟ ਇਜ਼ ਡਕਟਾਈਲ ਐਂਡ ਮੈਲੀਏਬਲ। ਸੋ ਡਕਟਾਈਲ ਐਂਡ ਮੈਲੀਏਬਲ ਦੋਨੋਂ ਹੀ ਪ੍ਰੋਪਰਟੀਜ਼ ਵਿੱਚ ਹੁੰਦੀਆਂ। ਇਟਸ ਸਪੈਸੀਫਿਕ ਗ੍ਰੈਵਿਟੀ ਇਜ਼ 2.7। ਇਸਦੀ ਜੋ ਸਪੈਸੀਫਿਕ ਗ੍ਰੈਵਿਟੀ 2.7 ਹੁੰਦੀ ਆ ਇਨ ਪ੍ਰੋਪੋਰਸ਼ਨ ਟੂ ਇਟਸ ਵੇਟ। ਇਟ ਇਜ਼ ਕੁਆਇਟ ਸਟਰੋਂਗ। ਸੋ ਵੇਟ ਦੇ ਅਕੋਰਡਿੰਗ ਦੇਖੀਏ, ਵੇਟ ਘੱਟ ਹੋਣ ਦੀ ਬਜਾਏ ਵੀ ਇਹ ਸਟਰੋਂਗ ਹੁੰਦਾ ਆ। Its melting point is 658 degrees Celsius and boiling point is 2057 degrees Celsius। इसका जो मेल्टिंग पॉइंट है 658 डिग्री सैल्सीਅਸ, जिस ਤੇ मटीरियल ਜਾ ਕੇ ਮੈਲਟ ਹੋ ਜਾਂਦਾ। ਐਂਡ ਬੋਇਲਿੰਗ, ਜਿਸ ਤੇ ਬੋਇਲ ਹੁੰਦਾ, ਵੈਪੋਰੇਟ ਹੋਣਾ ਸ਼ੁਰੂ ਹੋ ਜਾਂਦਾ, ਉਹ ਹੁੰਦਾ ਹੈ 2057 डिग्री सैल्सीਅਸ। इट्स इलैक्ट्रिकल रजिस्टिविटी इज़ 2.669 माइक्रो ओम पर क्यूबिक सेंटीमीटर एट 20 डिग्री सैल्सीਅਸ। ਇਹਦੀ ਜੋ ਇਲੈਕਟ੍ਰੀਕਲ ਰਜਿਸਟੀਵਿਟੀ ਮੀਨਸ ਕਿ ਇਲੈਕਟ੍ਰੀਕਲ ਨੂੰ ਰੋਕਣ ਦੀ ਜੋ ਰਜਿਸਟੀਵਿਟੀ ਆ ਉਹ 20 ਡਿਗਰੀ ਸੈਲਸੀਅਸ ਦੇ ਉੱਪਰ ਆ ਕੇ 2.669 ਮਾਈਕਰੋ ਓਮਸ ਪਰ ਕਿਊਬਿਕ ਸੈਂਟੀਮੀਟਰ ਹੋ ਜਾਂਦੀ ਆ। ਨੈਕਸਟ ਹੈ ਇਟ ਇਜ਼ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਇੱਕ ਗੁੱਡ ਕੰਡਕਟਰ ਹੈ ਹੀਟ ਅਤੇ ਇਲੈਕਟ੍ਰੀਸਿਟੀ ਦਾ। ਇਟਸ ਫॉर्म्स यूजफुल alloy with iron, copper, zinc and other metal। ਸੋ ਇੱਕ ਯੂਜ਼ਫੁਲ alloy ਹੈ ਆਇਰਨ, ਕਾਪਰ ਅਤੇ ਜ਼ਿੰਕ ਅਤੇ ਅਦਰ ਮੈਟਲਸ, ਕਿਉਂਕਿ ਸਟੀਲ ਨੂੰ ਬਣਾਉਣ ਦੇ ਵਿੱਚ ਵੀ ਐਲੂਮੀਨੀਅਮ ਆਉਂਦਾ ਹੈ। ਆਇਰਨ ਦੇ ਵਿੱਚ ਵੀ ਮਿਕਸ ਹੁੰਦਾ ਹੈ, ਕਾਪਰ ਦੇ ਵਿੱਚ ਵੀ ਮਿਕਸ ਹੁੰਦਾ, ਜ਼ਿੰਕ ਦੇ ਅਦਰ ਮੈਟਲਸ ਦੇ ਵਿੱਚ ਵੀ ਮਿਕਸ ਹੁੰਦਾ। ਸੋ ਇਹ ਹੈ ਮਕੈਨੀਕਲ ਪ੍ਰੋਪਰਟੀਜ਼ ਐਂਡ ਫਿਜ਼ੀਕਲ ਪ੍ਰੋਪਰਟੀਜ਼ ਆਫ aluminium। So these all are the important questions। ਮੈਂ ਤੁਹਾਨੂੰ ਫੋਟੋ ਇਸ ਦੀਆਂ ਸੈਂਡ ਕਰ ਦੇਣੀ ਹੈ, ਤੁਸੀਂ ਇਸ ਤੋਂ ਨੋਟ ਬਣਾਉਣੇ ਆ।